प्रभु का धन्यवाद होवे। आज गुड फ्राइडे है, हालेलुया, गुड फ्राइडे। और मैनू उम्मीद है सारिਆਂ ਨੂੰ इस गल का मतलब पता होगा कि गुड फ्राइडे की होता है। गुड फ्राइडे ਤੁਹਾਨੂੰ पता धरती हवा च खड़ी है। धरती जिहड़ी आ जिस दे विच असीं रहने आ ਉਹ हवा दे विच खड़ी है। ਜਦੋਂ पहला व्यक्ति जिहड़ा चंद ते गया वो उत्थे जाके की देखता पिया चंद ते खड़ा होके धरती हवा दे विच खड़ी है। कहंदा वाह प्रभु तू इन्ना महान है, तू इन्ना अद्भुत है कि तू धरती नूं हवा दे विच खड़ी कीता होया है। और उन्हें चंद ते जाके पहली बारी प्रभु खोज कीता। हालेलुया, प्रभु खोज कीता। और जदों वापस आ गया मीडिया वाले सवाल पूछते हैं सानू दसो चंद किद्दां दा है, सानू दसो चंद किद्दां दा है। और वो एक गल कहंदा है, कहंदा इंसान दा चंद ते जाना कोई वड्डी गल नहीं, वड्डी गल ये है जिन्ने चंद नूं बनाया वो 33.5 साल इस धरती ते रहा। हालेलुया। और यीशु मसीह मैं तुहानूं दस देना चाहुंदा हां, यीशु मसीह ने अपने चेलियां तो पूछा लोग मेरे बारे की कहते हैं। लोग मेरे बारे, मैं जल्दी जल्दी खत्म करूंगा, आप ऑल ओवर गल मैं करूंगा, मैं गहराई दे विच ज़्यादा नहीं जाऊंगा, ठीक है। हाँ, यीशु मसीह ने अपने चेलियां तो पूछा कि लोग मेरे बारे, ਉਹਦੇ ਚੇਲਿਆਂ ਨੇ ਕਿਹਾ ਪ੍ਰਭੂ ਕੋਈ ਤੈਨੂੰ ਨਬੀ ਕਹਿੰਦਾ ਆ, ਕੋਈ ਤੈਨੂੰ ਏਲੀਆ ਕਹਿੰਦਾ ਆ, ਕੋਈ ਤੈਨੂੰ ਯਹੂਨਾ ਬਪਤਿਸਮਾ ਦੇਣ ਵਾਲਾ ਕਹਿੰਦਾ ਆ। ਕਹਿੰਦਾ ਤੁਸੀਂ ਕੀ ਕਹਿੰਦੇ ਆ, ਤੁਸੀਂ ਅੱਜ ਯੀਸ਼ੂ ਮਸੀਹ ਤੁਹਾਡੇ ਤੋਂ ਵੀ ਪੁੱਛਦਾ ਹੈ ਤੁਸੀਂ ਮੈਨੂੰ ਕੀ ਕਹਿੰਦੇ ਆ। ਪਤਰਸ ਨੇ ਕਿਹਾ ਪ੍ਰਭੂ ਤੂੰ ਮਸੀਹਾ ਹੈ। ਹਾਲੇਲੂਇਆ, ਤੂੰ ਮਸੀਹ ਆ, ਤੂੰ ਪਰਮੇਸ਼ਵਰ ਦਾ ਭੇਜਿਆ ਹੋਇਆ ਮਸੀਹ ਆ। ਹਾਲੇਲੂਇਆ। आ जिहड़ा साइन है क्रॉस जिन्हों असीं क्रूस कहने हैं, क्रिश्चियन लोग इस साइन को मानते हैं। हालेलुया। ये क्यों होया? मैं उदाहरण के तौर पे तुहाडे नाल गल करांगा। एक छोटा बच्चा यीशु मसीह क्रॉस ते क्यों लटके, ਉਹਦਾ उदाहरण मैं तुहानूं दवांगा। एक छोटा बच्चा जिहदे कोलों किसी दी गड्डी दा शीशा टुट गया, बाहर खेलता पाया मैदान दे विच, ਉਹਦੇ ਕੋਲੋਂ ਕਿਸੇ ਦੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ, ਬॉल ਮਾਰ ਦਿੱਤੀ ਔਰ ਉਹ ਭੱਜ ਕੇ ਆਪਣੇ ਘਰ ਆ ਗਿਆ। ਹੁਣ ਉਹ ਜਿਹਦੀ ਗੱਡੀ ਆ ਉਹ ਦੌੜ ਕੇ ਉਹਦੇ ਘਰ ਆ ਗਿਆ। ਕੀ ਉਹਦਾ ਬਾਪ ਉਸ ਬੱਚੇ ਦਾ ਇਹ ਕਹੂਗਾ ਕਿ ਤੁਸੀਂ ਇਹਦੇ ਕੋਲੋਂ ਪੈਸੇ ਲਓ ਬੱਚੇ ਕੋਲੋਂ, ਜਾਂ ਇਹ ਕਹੂਗਾ ਕਿ ਤੁਸੀਂ ਇਹਨੂੰ ਫੜ ਕੇ ਲੈ ਜਾਓ ਜਾਂ ਤੁਸੀਂ ਇਹਨੂੰ ਜੇਲ੍ਹ 'ਚ ਬੰਦ ਕਰ ਦਿਓ? ਨਹੀਂ, ਉਸ ਦਾ ਜੁਰਮਾਨਾ ਉਹਦਾ ਬਾਪ ਭਰੇਗਾ। ਹਾਲੇਲੂਇਆ। ਇਸੇ ਤਰ੍ਹਾਂ ਯੀਸ਼ੂ ਮਸੀਹ ਨੇ ਸਾਡੇ ਪਾਪਾਂ ਦਾ ਜੁਰਮਾਨਾ ਆਪਣੇ ਆਪ ਨੂੰ ਸਲੀਬ ਤੇ ਕੁਰਬਾਨ ਕਰਕੇ ਭਰ ਦਿੱਤਾ। ਹਾਲੇਲੂਇਆ, ਹਾਲੇਲੂਇਆ। ਇਹ ਆ ਸਲੀਬ ਦੀ ਕਥਾ। ਅੱਜ ਸਿਰਫ ਇੱਕ ਸਾਈਨ ਰਹਿ ਗਿਆ ਹੈ। ਤੁਸੀਂ ਦੇਖਿਆ ਹੋਊਗਾ ਕ੍ਰੋਸਾਂ ਗਲੇ ਦੇ ਵਿੱਚ ਪਾਈਆਂ ਹੋਈਆਂ ਆ ਤੇ ਮੂੰਹ ਦੇ ਵਿੱਚ ਸਿਗਰਟ ਲਾਈ ਹੈ। ਅੱਜ ਕ੍ਰੋਸਾਂ ਗਲੇ ਦੇ ਵਿੱਚ ਪਾਈਆਂ, ਅੱਜ ਟੈਟੂ ਬਣਵਾਏ ਹੋਏ ਆ ਕ੍ਰੋਸ ਦੇ, ਲੇਕਿਨ ਕਰੂਸ ਦਾ ਮਹੱਤਵ ਨਹੀਂ ਪਤਾ। ਕਰੂਸ ਦਾ ਮਹੱਤਵ ਨਹੀਂ ਪਤਾ। ਹਾਲੇਲੂਇਆ। ਪੁਰਾਣੇ ਸਮੇਂ ਦੇ ਵਿੱਚ ਜਦੋਂ ਰੋਮਨ ਸਰਕਾਰ ਹੁੰਦੀ ਸੀ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ, ਕਰੂਸ ਇੱਕ ਸ਼ਰਾਪਿਤ ਸ਼ਬਦ ਸੀ। ਕਰੂਸ ਇੱਕ ਸ਼ਰਾਪਿਤ ਸ਼ਬਦ ਸੀ ਔਰ ਕੋਈ ਵੀ ਕਰੂਸ ਦਾ ਨਾਮ ਵੀ ਨਹੀਂ ਸੀ ਲੈਣਾ ਚਾਹੁੰਦਾ। ਇੰਨਾ ਭਿਆਨਕ ਸ਼ਬਦ ਹੈ क्योंकि क्रूस की जो मौत सी बहुत दर्दनाक होंदी सी। उस समय ते जेड़े बंदियां नूं क्रूस ते चढ़ाया जाता सी, पापी गुनाहगारां नूं, कातलां नूं, चोरां नूं, वो बहुत दर्दनाक मौत सी और लोग उसका नाम लैण तो भी डरदे सी। क्रूस का नाम भी नहीं सी लैंदे, एक श्रापित शब्द। हालेलुया। और यीशु मसीह ने जदों क्रूस दे उत्ते चढ़ गए, वही श्रापित शब्द आज पूरे संसार का पवित्र शब्द बन गया। हालेलुया। वही श्रापित शब्द आज पूरे संसार का पवित्र शब्द बन गया और लाखों करोड़ों लोग आज इस सलीब के मोहरे झुकते हैं। हालेलुया। तुसी देखो यीशु मसीह के सलीब के कुर्बान होने के नाल सलीब की काया पलट गई। जिहड़ा एक श्रापित शब्द सी वो संसार का सब तो पवित्र शब्द बन गया। हालेलुया। यीशु मसीह
ਪਾਪੀਆਂ ਦੇ ਲਈ ਆਇਆ। ਉਹਨੇ ਕਿਹਾ ਮੈਂ ਧਰਮੀਆਂ ਦੇ ਲਈ ਨਹੀਂ ਆਇਆ, ਮੈਂ ਕਿਹਦੇ ਲਈ ਆਇਆ, ਮੈਂ ਪਾਪੀਆਂ ਦੇ ਲਈ ਆਇਆ, ਕਿਉਂਕਿ ਨਰੋਇਆ ਨੂੰ ਵੈਦ ਦੀ ਲੋੜ, ਸਾਨੂੰ ਪਾਪ ਦਾ ਜੋ ਰੋਗ ਆ ਉਹ ਲੱਗਿਆ ਹੋਇਆ ਹੈ। ਇਸ ਲਈ ਯਿਸੂ ਮਸੀਹ ਇਸ ਜਗਤ ਦੇ ਵਿੱਚ ਆਏ ਔਰ ਇਸ ਜਗਤ ਦੇ ਵਿੱਚ ਆਉਣਾ, ਆਪਣੇ ਆਪ ਨੂੰ ਸਲੀਬ ਤੇ ਕੁਰਬਾਨ ਕਰਨਾ, ਇਹ ਕੋਈ ਐਕਸੀਡੈਂਟ ਨਹੀਂ ਹੈ, ਇਹ ਅਚਾਨਕ ਹੋਈ ਘਟਨਾ ਨਹੀਂ ਹੈ ਕਿ ਜਿਵੇਂ ਕੋਈ ਪੈਦਾ ਹੋ ਕੇ ਇਸ ਸੰਸਾਰ ਤੇ ਆ ਗਿਆ, ਉਹਨਾਂ ਨੇ ਚੰਗੇ ਕਰਮ ਕੀਤੇ, ਠੀਕ ਹੈ, ਉਹਨਾਂ ਨੂੰ ਸਲੀਬ ਦੇ ਉੱਤੇ ਚੜਾ ਦਿੱਤਾ ਗਿਆ। ਇਸ ਤਰ੍ਹਾਂ ਨਹੀਂ ਹੈ। ਇਹ ਸ਼ੁਰੂ ਤੋਂ ਪਰਮੇਸ਼ਵਰ ਦੀ ਯੋਜਨਾ ਸੀ, ਸ਼ੁਰੂ ਤੋਂ। ਕਿਉਂਕਿ ਆਦਮ ਦੇ ਵਿੱਚ ਪਾਪ ਆਇਆ, ਜਦੋਂ ਆਦਮ ਹਵਾ ਨੇ ਪਾਪ ਕੀਤਾ, ਉਹ ਨੰਗੇ ਹੋ ਗਏ। ਉਹਨਾਂ ਨੇ ਦੇਖਿਆ, ਉਹਨਾਂ ਨੇ ਜਦ ਫਲ ਖਾ ਲਿਆ, ਉਹਨਾਂ ਨੂੰ ਗਿਆਨ ਹੋ ਗਿਆ ਕਿ ਅਸੀਂ ਕੀ ਆ, ਅਸੀਂ ਨੰਗੇ ਆ। ਔਰ ਉਸ ਸਮੇਂ ਤੁਸੀਂ ਵਚਨ ਚ ਪੜਿਓ, ਉਤਪਤ 3 ਅਧਿਆਇ 21 ਵਚਨ ਆ, ਪਰਮੇਸ਼ਵਰ ਨੇ ਉਹਨਾਂ ਦੇ ਲਈ ਇੱਕ ਮੇਮਣੇ ਦਾ ਵਧ ਕੀਤਾ ਔਰ ਉਹਨਾਂ ਨੂੰ ਕੱਪੜੇ ਪਹਿਨਾਏ ਚਮੜੇ ਦੇ। ਉਹ ਮੇਮਣਾ ਕੋਈ ਹੋਰ ਨਹੀਂ, ਯਿਸੂ ਮਸੀਹ। ਹਾਲੇਲੂਇਆ। ਅੱਜ ਉਸਨੇ ਵੀ ਸਾਨੂੰ ਕੱਪੜੇ ਪਹਿਨਾਏ ਆ। ਹਾਲੇਲੂਇਆ। ਅਸੀਂ ਵੀ ਪਾਪ ਦੇ ਨਾਲ ਸੀਗੇ, ਲੇਕਿਨ ਪਾਪ ਨੂੰ ਲਾ ਕੇ ਉਹਨੇ ਵੀ ਸਾਨੂੰ ਕੱਪੜੇ ਪਹਿਨਾਏ। ਹਾਲੇਲੂਇਆ। ਜਦੋਂ ਅਬਰਾਹਮ ਆਪਣੇ ਬੇਟੇ ਨੂੰ ਕੁਰਬਾਨ ਕਰਨ ਦੇ ਲਈ ਪਹਾੜ ਤੇ ਚਲਾ ਗਿਆ, ਉਹਦਾ ਪੁੱਤਰ ਪੁੱਛਦਾ ਪਿਆ ਹੈ ਕਿ ਪਿਤਾ, ਇਹ ਸਭ ਕੁਝ ਆਪਣੇ ਕੋਲ ਸਮਾਨ ਤਾਂ ਹੈਗਾ, ਲੇਕਿਨ ਕੁਰਬਾਨੀ ਕਿੱਥੇ ਆ? ਔਰ ਉਹਨੇ ਕਿਹਾ, ਪ੍ਰਭੂ ਇੰਤਜ਼ਾਮ ਕਰੇਗਾ। ਹਾਲੇਲੂਇਆ। ਪ੍ਰਭੂ ਇੰਤਜ਼ਾਮ ਕਰੇਗਾ। ਔਰ ਜਦੋਂ ਉਹ ਚਾਕੂ ਆਪਣੇ ਕੱਢਦਾ ਆ ਆਪਣੇ ਪੁੱਤਰ ਨੂੰ ਮਾਰਨ ਦੇ ਲਈ, ਉਹਦਾ ਬਲੀਦਾਨ ਕਰਨ ਦੇ ਲਈ, ਝਾੜੀਆਂ 'ਚ ਫਸਿਆ ਹੋਇਆ ਇੱਕ ਮੇਮਣਾ ਦੇਖਦਾ ਹੈ। ਹਾਲੇਲੂਇਆ। ਝਾੜੀਆਂ 'ਚ ਫਸਿਆ ਹੋਇਆ ਔਰ ਉਹਦਾ ਬਲੀਦਾਨ ਕਰਦਾ ਹੈ। ਉਹ ਵੀ ਮੇਮਣਾ ਕੋਈ ਹੋਰ ਨਹੀਂ ਬਲਕਿ ਪ੍ਰਭੂ ਯਿਸੂ ਮਸੀਹ ਸੀ। ਹਾਲੇਲੂਇਆ। ਉਸ ਤੋਂ ਬਾਅਦ ਮੂਸਾ ਦੇ ਵੇਲੇ ਜਦੋਂ ਹਦਾਇਤ ਹੋਈ, ਪਰਮੇਸ਼ਵਰ ਨੇ ਮੂਸਾ ਨੂੰ ਕਿਹਾ ਕਿ ਤੂੰ ਇੱਕ ਪਿੱਤਲ ਦਾ ਸੱਪ ਇੱਕ ਡੰਡੇ ਦੇ ਉੱਤੇ ਲਟਕਾ, ਕਿਉਂਕਿ ਉਸ ਸਮੇਂ ਪਰਮੇਸ਼ਵਰ ਨੇ ਜੋ ਉਹਨਾਂ ਦੇ ਲੋਕਾਂ ਦੇ ਉੱਤੇ ਸੱਪ ਭੇਜ ਦਿੱਤੇ, ਉਹਨਾਂ ਨੂੰ ਦੱਸਦੇ ਸੀਗੇ। ਉਹ ਕਹਿੰਦਾ ਇੱਕ ਪਿੱਤਲ ਦਾ ਸੱਪ ਬਣਾ, ਜੋ ਉਸ ਸੱਪ ਨੂੰ ਦੇਖੇਗਾ ਉਹਨੂੰ ਉੱਚਾ ਲਟਕਾ ਦੇਗਾ, ਜੋ ਉਸ ਸੱਪ ਨੂੰ ਦੇਖੇਗਾ ਉਦੋਂ ਡੰਗ ਦਾ ਅਸਰ ਨਹੀਂ ਹੋਊਗਾ ਸੱਪ ਦੇ, ਔਰ ਉਹ ਬਚਿਆ ਰਹੂਗਾ। ਉਹ ਵੀ ਇੱਕ ਉਦਾਹਰਨ ਹੈ ਯਿਸੂ ਮਸੀਹ ਦੀ। ਹਾਲੇਲੂਇਆ। ਸੋ ਇਹ ਭਵਿੱਖਬਾਣੀਆਂ ਅਸੀਂ ਕਾਫੀ ਚੀਜ਼ਾਂ ਓਲਡ ਟੈਸਟਾਮੈਂਟ ਦੇ ਵਿੱਚ, ਪੁਰਾਣੇ ਨਿਯਮ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਸਲੀਬ ਤੇ ਕੁਰਬਾਨ ਹੋਣਾ ਬਹੁਤ ਵਾਰ ਦੇਖਦੇ ਹਾਂ। ਔਰ ਯਿਸੂ ਮਸੀਹ ਦੀ ਅਸੀਂ ਆਉਣ ਦੀ ਭਵਿੱਖਬਾਣੀ 44 ਟਾਈਮਸ, 44 ਵਾਰ ਪੁਰਾਣੇ ਨਿਯਮ ਦੇ ਵਿੱਚ ਯਿਸੂ ਮਸੀਹ ਦੇ ਆਉਣ ਦੀ ਭਵਿੱਖਬਾਣੀ ਹੋਈ ਸੀ। ਹਾਲੇਲੂਇਆ। ਕਿ ਇੱਕ ਕੁਆਰੀ ਤੋਂ ਬੱਚਾ ਜਨਮੂਗਾ, ਜੋ ਸਾਡੇ ਮੋਢਿਆਂ ਤੇ ਰਾਜ ਕਰੇਗਾ, ਜੋ ਸਾਡੇ ਗੁਨਾਹਾਂ ਨੂੰ ਆਪਣੇ ਉੱਤੇ ਚੁੱਕ ਲਏਗਾ, ਜੋ ਮਾਰਿਆ ਜਾਵੇਗਾ, ਗਾੜਿਆ ਜਾਵੇਗਾ ਔਰ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠੇਗਾ। ਹਾਲੇਲੂਇਆ। ਮੈਂ ਵਚਨਾਂ ਨੂੰ ਪੜ੍ਹਨਾ ਨਹੀਂ ਚਾਹੁੰਦਾ ਕਿਉਂਕਿ ਸਮਾਂ ਬਹੁਤ ਘੱਟ ਆ। ਮੈਂ ਇਸ ਲਈ ਤੁਹਾਨੂੰ ਸ਼ਾਰਟ ਕਰਕੇ ਚੀਜ਼ਾਂ ਨੂੰ ਦੱਸ ਰਿਹਾ। ਜਦੋਂ ਤੁਸੀਂ ਯਸ਼ਾਇਆ ਘਰ ਜਾ ਕੇ ਵੀ ਪੜ੍ਹ ਸਕਦੇ ਆ, ਯਸ਼ਾਇਆ 53 ਪੂਰਾ ਪੜ੍ਹਿਓ। ਉਹਦੇ ਵਿੱਚ ਸਾਰਾ ਯਿਸੂ ਮਸੀਹ ਦੇ ਬਾਰੇ, ਜਨਮ ਤੋਂ 700 ਸਾਲ ਪਹਿਲਾਂ ਦੀ ਗੱਲ ਹੈ। ਯਿਸੂ ਮਸੀਹ ਦੇ ਜਨਮ ਤੋਂ 700 ਸਾਲ ਪਹਿਲਾਂ ਦੀ BC ਦੇ ਵਿੱਚ, ਬਿਫੋਰ ਕ੍ਰਾਈਸਟ, ਇਹ ਗੱਲ ਹੋ ਰਹੀ ਹੈ ਕਿ ਯਿਸੂ ਮਸੀਹ ਇਸ ਸੰਸਾਰ ਤੇ ਆਵੇਗਾ, ਉਹ ਸਾਡੇ ਪਾਪਾਂ ਨੂੰ ਆਪਣੇ ਉੱਤੇ ਚੁੱਕ ਲਵੇਗਾ, ਉਹ ਸਾਡੇ ਗਮਾਂ ਨੂੰ ਲੈ ਲਵੇਗਾ। ਹਾਲੇਲੂਇਆ। ਤੁਸੀਂ ਇਤਿਹਾਸ ਪੜ੍ਹਿਆ ਹੋਵੇਗਾ, ਜਿਹੜੇ ਨੌਜਵਾਨ ਬੱਚੇ ਆ ਉਹ ਵੀ ਸਕੂਲਾਂ ਦੇ ਵਿੱਚ ਪੜ੍ਹਨ ਵਾਲੇ, ਇਤਿਹਾਸ ਤੁਸੀਂ ਪੜ੍ਹਿਆ ਹੋਵੇਗਾ, ਹਿਸਟਰੀ। ਉਹਦੇ ਵਿੱਚ ਦੋ ਤਰ੍ਹਾਂ ਦੀਆਂ ਤਰੀਕਾਂ ਹੁੰਦੀਆਂ, ਥੱਲੇ ਲਿਖੀਆਂ ਹੁੰਦੀਆਂ, AD ਐਂਡ BC। AD ਐਂਡ BC। AD ਦਾ ਮਤਲਬ ਹੈ ਐਨ ਡੋਮਨੀ, ਮਤਲਬ ਯਿਸੂ ਮਸੀਹ ਦਾ ਸਮਾਂ। BC ਦਾ ਮਤਲਬ ਹੈ ਬਿਫੋਰ ਕ੍ਰਾਈਸਟ, ਯਿਸੂ ਮਸੀਹ ਤੋਂ ਆਉਣ ਤੋਂ ਪਹਿਲਾਂ ਦਾ ਸਮਾਂ। ਇਹਦਾ ਮਤਲਬ ਯਿਸੂ ਸਿਰਫ ਸਾਡੇ ਮਨਾਂ ਦੇ ਵਿੱਚ ਨਹੀਂ ਆ, ਉਹ ਸਾਡੇ ਦਿਲਾਂ ਦੇ ਵਿੱਚ ਨਹੀਂ ਆ, ਉਹ ਵਿਅਕਤੀਗਤ ਉਹਦਾ ਵਜੂਦ ਆ ਇਸ ਸੰਸਾਰ ਤੇ।
ਇਹ ਕੋਈ ਮਿਥ ਨਹੀਂ ਹੈ, ਇਹ ਕੋਈ ਮਨ ਘੜਤ ਕਹਾਣੀਆਂ ਨਹੀਂ ਆ ਕਿ ਯਿਸੂ ਮਸੀਹ ਸੰਸਾਰ ਤੇ ਆਇਆ, ਉਹ ਸਲੀਬ ਤੇ ਕੁਰਬਾਨ ਹੋ ਗਿਆ। ਇਤਿਹਾਸ ਗਵਾਹੀ ਦਿੰਦਾ ਆ, ਜਿਹੜੀਆਂ ਤਰੀਕਾਂ ਵੀ ਆ ਇਤਿਹਾਸ ਦੀਆਂ ਉਹ ਵੀ ਯਿਸੂ ਮਸੀਹ ਦੇ ਨਾਲ ਜੁੜੀਆਂ ਹੋਈਆਂ। ਹਾਲੇਲੂਇਆ। ਉਹ ਵੀ ਤਰੀਕਾਂ ਵੀ ਯਿਸੂ ਮਸੀਹ ਦੇ ਨਾਲ ਜੁੜੀਆਂ ਹੋਈਆਂ। ਔਰ ਕਿਸੇ ਨੇ ਕਿਹਾ ਕਿ ਜੇ ਇਤਿਹਾਸ ਦੇ ਵਿੱਚੋਂ ਯਿਸੂ ਮਸੀਹ ਨੂੰ ਹਟਾ ਦਿੱਤਾ ਜਾਵੇ ਤਾਂ ਇਤਿਹਾਸ ਵਿਖਰ ਜਾਊਗਾ। ਹਾਲੇਲੂਇਆ। ਜੇ ਯਿਸੂ ਮਸੀਹ ਨੂੰ ਹਟਾ ਦਿੱਤਾ ਜਾਵੇ, ਕਿਉਂਕਿ ਯਿਸੂ ਮਸੀਹ ਤੋਂ ਆਉਣ ਤੋਂ ਪਹਿਲਾਂ ਦਾ ਸਮਾਂ, ਬਾਅਦ ਦਾ ਸਮਾਂ, ਜੇ ਯਿਸੂ ਮਸੀਹ ਨੂੰ ਹਟਾ ਦਿੱਤਾ ਜਾਵੇ ਇਤਿਹਾਸ ਵਿਖਰ ਜਾਊਗਾ। ਇਸ ਲਈ ਸਾਰਾ ਇਤਿਹਾਸ ਜਿਹੜਾ ਉਹ ਯਿਸੂ ਮਸੀਹ ਦੇ ਨਾਲ ਜੁੜਿਆ ਹੋਇਆ ਹੈ। ਹਾਲੇਲੂਇਆ। ਇਸ ਲਈ ਮੈਂ ਗੱਲ ਕਰ ਰਿਹਾ ਸੀ ਕਿ ਇਹ ਕੋਈ ਐਕਸੀਡੈਂਟ ਨਹੀਂ ਹੈ, ਇਹ ਖੁਦਾ ਦੀ ਇੱਕ ਬਣਾਈ ਹੋਈ ਯੋਜਨਾ ਹੈ। ਹਾਲੇਲੂਇਆ। ਔਰ ਯਹੂਨਾ 4 ਅਧਿਆਇ ਦੇ ਵਿੱਚ ਵੀ ਯਹੂਨਾ ਬਪਤਿਸਮਾ ਦੇਣ ਵਾਲਾ ਆਖਦਾ ਆ ਕਿ ਉਹ ਵੇਖੋ ਪਰਮੇਸ਼ਵਰ ਦਾ ਮੇਮਣਾ। ਯਿਸੂ ਮਸੀਹ ਦੇ ਵੱਲ ਦੇਖ ਕੇ ਕਹਿ ਰਿਹਾ ਆ, ਉਹ ਵੇਖੋ ਪਰਮੇਸ਼ਵਰ ਦਾ ਮੇਮਣਾ ਜਿਹੜਾ ਸੰਸਾਰ ਦੇ ਜਗਤ ਦੇ ਪਾਪਾਂ ਨੂੰ ਚੱਕੀ ਲੈ ਜਾਂਦਾ ਹੈ। ਹਾਲੇਲੂਇਆ। ਜਗਤ ਦੇ ਪਾਪਾਂ ਨੂੰ ਚੱਕੀ ਲੈ ਜਾਂਦਾ ਹੈ। ਪ੍ਰਭੂ ਦੀ ਕਿਰਪਾ ਸਾਡੇ ਉੱਤੇ ਹੋਈ। ਹਾਲੇਲੂਇਆ। ਮੈਂ ਉਹਨਾਂ 7 ਗੱਲਾਂ ਨੂੰ ਆਪਾਂ ਸਿੱਖਾਂਗੇ। ਹੁਣ ਜਲਦੀ ਆਪਾਂ ਵਚਨ ਪੜ੍ਹ ਦਾਂਗੇ, ਕਿਉਂਕਿ ਹੁਣ ਤੱਕ ਆਪਾਂ ਕੋਈ ਵਚਨ ਨਹੀਂ ਪੜ੍ਹਿਆ। ਵਚਨ ਦੇ ਵਿੱਚੋਂ ਪੜਾਂਗੇ 7 ਗੱਲਾਂ ਆਪਾਂ ਕਰਾਂਗੇ, ਉਸ ਤੋਂ ਬਾਅਦ ਮੈਂ ਸਮਾਪਤੀ ਕਰਾਂਗਾ। 7 ਗੱਲਾਂ ਜਿਹੜੀਆਂ ਯਿਸੂ ਮਸੀਹ ਨੇ ਸਲੀਬ ਦੇ ਉੱਤੇ ਕਹੀਆਂ, ਜਦੋਂ ਸਲੀਬ ਦੇ ਉੱਤੇ ਟੰਗੇ ਹੋਏ ਸੀ। 7 ਗੱਲਾਂ ਜੋ ਉਹਨਾਂ ਨੇ ਕਹੀਆਂ। ਹਾਲੇਲੂਇਆ। ਆਪਾਂ ਇੱਕ ਇੱਕ ਕਰਕੇ ਸਾਰੀਆਂ ਗੱਲਾਂ ਨੂੰ ਪੜਾਂਗੇ। ਕਹਿੰਦਾ ਕੰਡੇ ਵੀ ਦੁਸ਼ਮਣ, ਬੰਦੇ ਵੀ ਦੁਸ਼ਮਣ। ਕੰਡੇ ਵੀ ਦੁਸ਼ਮਣ, ਬੰਦੇ ਵੀ ਦੁਸ਼ਮਣ, ਰਾਹ ਦੇ ਰੋੜੇ ਵੀ ਦੁਸ਼ਮਣ, ਵੈਰੀ ਦੇ ਕੋੜੇ ਵੀ ਦੁਸ਼ਮਣ। ਉਦੋਂ ਕੋਈ ਨਹੀਂ ਸੀ, ਉਹਦਾ ਸਾਰਾ ਜੱਗ ਹੋਇਆ ਵੈਰੀ। ਉਦੋਂ ਹੋਣਾ ਹੈ ਹਿਸਾਬ, ਜਦੋਂ ਲੱਗਣੀ ਕਚਹਿਰੀ। ਹਾਲੇਲੂਇਆ। ਕਹਿੰਦਾ ਕੋਈ ਮਾਰਦਾ ਸੀ ਮੁੱਕੇ, ਕੋਈ ਮਾਰਦਾ ਸੀ ਧੱਕੇ, ਕੋਈ ਪੁੱਟਦਾ ਸੀ ਦਾੜੀ, ਕੋਈ ਮੂੰਹ ਉੱਤੇ ਥੁੱਕੇ, ਲਿਆ ਵੈਰੀਆਂ ਨੇ ਘੇਰ ਜਿਵੇਂ ਕੁੱਤੇ ਹੋਣੇ। ਉਦੋਂ ਕੋਈ ਨਹੀਂ ਸੀ, ਉਹਦਾ ਸਾਰਾ ਜੱਗ ਹੋਇਆ ਵੈਰੀ। ਉਦੋਂ ਹੋਣਾ ਹੈ ਹਿਸਾਬ, ਜਦੋਂ ਲੱਗਣੀ ਕਚਹਿਰੀ। ਇਹ ਇੰਨੀ ਦਰਦਨਾਕ ਮੌਤ, ਇੰਨੀ ਦਰਦਨਾਕ ਜੋ ਕਦੀ ਕਿਸੇ ਦੀ ਨਾ ਆਈ ਹੋਵੇ। ਸਾਇੰਟਿਸਟ ਦੱਸਦੇ ਆ, ਡਾਕਟਰ ਦੱਸਦੇ ਆ, ਵਿਗਿਆਨਿਕ ਦੱਸਦੇ ਆ ਕਿ ਉਸ ਸਲੀਬੀ ਮੌਤ ਤੇ ਕੋੜੇ ਲੱਗਣ ਤੇ ਬੰਦੇ ਮਰ ਜਾਂਦੇ ਸੀ, ਸਲੀਬ ਤੇ ਚੜਾਉਣ ਤੋਂ ਪਹਿਲਾਂ ਹੀ। ਬਹੁਤ ਦੂਰ ਦੀ ਗੱਲ ਆ, ਇਹ ਬਹੁਤ ਦੂਰ ਦੀ ਗੱਲ ਹੈ ਸਲੀਬ ਤੇ ਚੜਨਾ। ਜਦੋਂ ਕੋੜੇ ਮਰਵਾਏ ਜਾਂਦੇ ਸੀ ਨਾ ਬੰਦਿਆਂ ਨੂੰ, ਕਾਤਲਾਂ ਨੂੰ, ਚੋਰਾਂ ਨੂੰ, ਉੱਥੇ ਮਰ ਜਾਂਦੇ ਸੀ। ਉਹ ਸਲੀਬ ਤੱਕ ਪਹੁੰਚਦੇ ਨਹੀਂ ਸੀ। ਲੇਕਿਨ ਪਰਮੇਸ਼ਵਰ ਦਾ ਸਾਮਰਥ ਜਿਹੜਾ ਯਿਸੂ ਮਸੀਹ ਦੇ ਅੰਦਰ ਕੰਮ ਕਰਦਾ ਸੀ, ਉਹ ਕਾਇਮ ਸੀ। ਹਾਲੇਲੂਇਆ। ਹਾਂਜੀ, ਪਹਿਲੀ ਗੱਲ ਆਪਾਂ ਪੜਾਂਗੇ ਲੂਕਾ ਉਹਦਾ 23 ਅਧਿਆਇ 34 ਵਚਨ। ਉਹਨਾਂ ਨੂੰ ਮਾਫ ਕਰ, ਕਿਉਂ ਜੋ ਨਹੀਂ ਜਾਣਦੇ ਭਈ ਕੀ ਕਰਦੇ ਹਨ। ਹੁਣ ਯਿਸੂ ਮਸੀਹ ਇਸ ਜਗ੍ਹਾ ਤੇ ਸਲੀਬ ਦੇ ਉੱਤੇ ਚੜੇ ਹੋਏ ਆ, ਲੋਕਾਂ ਨੂੰ ਦੇਖਦੇ ਪਏ ਆ, ਦਰਦ ਬਹੁਤ ਹੋ ਰਿਹਾ ਆ, ਖੂਨ ਪਸੀਨਾ ਬਣ ਕੇ ਚੋ ਰਿਹਾ ਆ। ਫਿਰ ਵੀ ਉਹ ਲੋਕਾਂ ਨੂੰ ਦੇਖ ਕੇ ਕਹਿੰਦੇ, ਹੇ ਪਿਤਾ ਇਹਨਾਂ ਨੂੰ ਮਾਫ ਕਰ, ਕਿਉਂਕਿ ਇਹ ਨਹੀਂ ਜਾਣਦੇ ਕਿ ਇਹ, ਕਿਉਂਕਿ ਸੱਚੀ ਨਹੀਂ ਸੀ ਜਾਣਦੇ। ਯਿਸੂ ਮਸੀਹ ਦੀ ਸਲੀਬ ਦੇ ਉੱਤੇ ਇੱਕ ਪੱਟੀ ਲਾਈ ਸੀ ਜਿੱਥੇ ਲਿਖਿਆ ਸੀ INRI, ਇਨਰੀ। ਉਹਦਾ ਮਤਲਬ ਸੀ ਯਹੂਦੀਆਂ ਦਾ ਰਾਜਾ। ਹਾਲੇਲੂਇਆ। ਯਿਸੂ ਨਾਸਰੀ ਯਹੂਦੀਆਂ ਦਾ ਰਾਜਾ। ਔਰ ਯਿਸੂ ਮਸੀਹ ਇਸ ਜਗ੍ਹਾ ਤੇ ਕੀ ਕਹਿ ਰਿਹਾ, हे ਪ੍ਰਭੂ, हे ਪਰਮੇਸ਼ਵਰ, ਇਹਨਾਂ ਨੂੰ ਮਾਫ ਕਰ, ਕਿਉਂਕਿ ਇਹ ਨਹੀਂ ਜਾਣਦੇ ਇਹ ਕੀ ਕਰਦੇ ਆ। ਅੱਜ ਅਸੀਂ ਵੀ ਇਸ ਗੱਲ ਤੋਂ ਸਿੱਖਣਾ ਆ। ਮੈਂ ਲਾਸਟ ਵਾਰੀ ਵੀ, ਤੁਸੀਂ ਸ਼ਾਇਦ ਤੁਹਾਨੂੰ ਯਾਦ ਹੋਵੇ, ਮੈਂ ਪ੍ਰਚਾਰ ਕੀਤਾ ਸੀ ਕਿ ਆਪਣੇ ਵੈਰੀਆਂ ਨੂੰ ਮਾਫ ਕਰਨਾ, ਆਪਣੇ ਵੈਰੀਆਂ ਨੂੰ ਮਾਫ ਕਰਨਾ। ਹਾਂਜੀ, ਦੂਜੀ ਗੱਲ ਆਪਾਂ ਪੜਾਂਗੇ ਲੂਕਾ ਉਹਦਾ 23 ਅਧਿਆਇ 43 ਵਚਨ ਪੜਾਂਗੇ। 43। ਉਸਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ ਭਈ ਅੱਜ ਤੂੰ ਮੇਰੇ ਸੰਗ ਸਵਰਗ ਵਿੱਚ ਹੋਵੇਂਗਾ। ਹਾਂਜੀ, ਦੂਜੀ ਗੱਲ ਯਿਸੂ ਮਸੀਹ ਨੇ ਸਲੀਬ ਤੇ ਕੀ ਕਹੀ ਕਿ ਮੈਂ ਤੈਨੂੰ ਸੱਚ ਆਖਦਾ ਆ ਡਾਕੂ ਨੂੰ, ਕਿ ਅੱਜ ਹੀ ਤੂੰ ਮੇਰੇ ਨਾਲ
ਇਹਦਾ ਮਤਲਬ ਜਦੋਂ ਡਾਕੂ ਨੇ, ਤੁਸੀਂ ਦੇਖਿਓ, ਡਾਕੂ ਨੇ ਬਾਈਬਲ ਨਹੀਂ ਸੀ ਪੜ੍ਹੀ, ਡਾਕੂ ਯਿਸੂ ਮਸੀਹ ਬਾਰੇ ਜਾਣਦਾ ਵੀ ਨਹੀਂ ਸੀ, ਨਾ ਉਹਦੇ ਨਾਲ ਉਹਨੇ ਕਦੇ ਸੰਗਤੀ ਕੀਤੀ ਸੀ, ਲੇਕਿਨ ਉਹਨੇ ਸਿਰਫ ਕੀ ਕੀਤਾ, ਤੌਬਾ ਕੀਤੀ ਔਰ ਮੰਨਿਆ, ਸਿਰਫ ਲਫ਼ਜ਼ਾਂ ਦੇ। ਮੁਕਤੀ ਕਿੱਥੇ ਆ? ਮੁਕਤੀ ਤੁਹਾਡੇ ਹੋਠਾਂ ਤੇ ਆ। ਮੁਕਤੀ ਕੋਈ ਪਹਾੜਾਂ ਤੇ ਨਹੀਂ ਹੈ। ਮੁਕਤੀ ਕੋਈ ਚੰਗੇ ਕੰਮ ਕਰਕੇ, ਕੋਈ ਵਧੀਆ ਕੰਮ ਕਰਕੇ ਨਹੀਂ ਹੈ। ਮੁਕਤੀ ਤੁਹਾਡੇ ਹੋਠਾਂ ਤੇ ਆ। ਉਹਨੇ ਕਿਹਾ, ਪ੍ਰਭੂ ਮੇਰੇ ਉੱਤੇ ਦਇਆ ਕਰ ਔਰ ਮੈਨੂੰ ਯਾਦ ਰੱਖੀ ਜਦੋਂ ਤੂੰ ਆਪਣੇ ਰਾਜ ਵਿੱਚ ਜਾਵੇਂ। ਕਹਿੰਦਾ ਹਾਂ, ਅੱਜ ਹੀ ਤੂੰ ਮੇਰੇ ਨਾਲ ਸਵਰਗ 'ਚ ਹੋਊਗਾ। ਔਰ ਦੂਸਰੀ ਗੱਲ ਜਿਹੜੀ ਉਹਨੇ ਬੋਲੀ, ਉਹ ਮੁਕਤੀ ਦੇ ਵਚਨ ਬੋਲੇ। ਹਾਲੇਲੂਇਆ। ਤੁਸੀਂ ਪੋਸਟਰ ਦੇਖਿਆ ਹੋਣਾ ਬਾਹਰ, ਪੋਸਟਰ ਪੜਿਆ ਸਾਰਿਆਂ ਨੇ? ਪੋਸਟਰ ਲੱਗਾ ਹੈ ਬਾਹਰ, ਸਭ ਤੋਂ ਉੱਪਰ ਲਿਖਿਆ ਆ ਮਿਨਿਸਟਰੀ ਦਾ ਨਾਮ ਲਿਖਿਆ ਹੈ। ਕਿਸੇ ਨੇ ਨਹੀਂ ਪੁੱਛਿਆ ਸਾਨੂੰ ਇਹ ਕਿਉਂ, ਇਹ ਕੀ ਹੋਇਆ? जीसस द सेवियर मिनिस्ट्री। जीसस द सेवियर का मतलब यीशु मसीह मुक्ति दाता। हालेलुया। ये चर्च वखराया, कलवरी चर्च वखराया, मिनिस्ट्री वखरिया। मिनिस्ट्री का मतलब है मिशन। ਤੁਹਾਡਾ ਕੀ ਮਿਸ਼ਨ ਹੈ? ਅਸੀਂ प्रभु ने आत्मा ने गवाही की, पास्टर जी ने, और ਅਸੀਂ प्रार्थना करते रहे। ਅਸੀਂ ਨਾਮ ਰੱਖਿਆ ਜੀਸਸ ਦ ਸੇਵੀਅਰ ਮਿਨਿਸਟਰੀ। ਅਸੀਂ ਕਿਉਂਕਿ ਸਲਾਹ ਕੀਤੀ ਸੀ ਅਸੀਂ ਕਿਸੇ ਪਾਦਰੀ ਦੇ ਨਾਂ ਤੇ ਮਿਨਿਸਟਰੀ ਨਹੀਂ ਰੱਖਾਂਗੇ, ਅਸੀਂ ਕਿਸੇ ਬੰਦੇ ਦੇ ਨਾਂ ਤੇ ਮਿਨਿਸਟਰੀ ਨਹੀਂ ਰੱਖਾਂਗੇ, ਅਸੀਂ ਰੱਖਾਂਗੇ ਤਾਂ ਯਿਸੂ ਮਸੀਹ ਦੇ ਨਾਂ ਤੇ ਮਿਨਿਸਟਰੀ ਨੂੰ ਰੱਖਾਂਗੇ। ਹਾਲੇਲੂਇਆ। ਪ੍ਰਭੂ ਦਾ ਧੰਨਵਾਦ ਹੋਵੇ। ਮੁਕਤੀ ਦਾ ਮਤਲਬ ਕੀ ਹੈ? ਮੁਕਤੀ ਕੋਈ ਖਾਣ ਪੀਣ ਦੀ ਚੀਜ਼ ਨਹੀਂ ਹੈ। ਮੁਕਤੀ ਕੋਈ ਤੁਹਾਨੂੰ ਬਾਜ਼ਾਰਾਂ ਦੇ ਵਿੱਚ ਨਹੀਂ ਮਿਲ ਸਕਦੀ। ਮੁਕਤੀ ਨੂੰ ਤੁਸੀਂ ਪੈਸੇ ਦੇ ਨਾਲ ਨਹੀਂ ਖਰੀਦ ਸਕਦੇ। ਮੁਕਤੀ ਕੀ ਹੈ? मैं तो मुक्ति का शॉर्ट ਦੇ ਵਿੱਚ मतलब समझाता है। परमेश्वर वर्गी सोच, परमेश्वर वर्गी सोच, परमेश्वर वर्गे काम, परमेश्वर वर्गा चरित्र, यही मुक्ति है। हालेलुया। ਜਦੋਂ ਤੁਹਾਡੇ ਅੰਦਰ ਇਹ ਤਿੰਨ ਗੱਲਾਂ ਆ ਗਈਆਂ, परमेश्वर वर्गी सोच, परमेश्वर वर्गे काम ਤੇ परमेश्वर वर्गा चरित्र, ਤੁਸੀਂ ਇਹਦਾ ਮਤਲਬ ਸਮਝਦੇ ਹੋ ਕਿ ਤੁਸੀਂ ਮੁਕਤੀ ਨੂੰ ਪ੍ਰਾਪਤ ਕਰ ਲਿਆ ਹੈ। ਔਰ ਮੁਕਤੀ ਜਿਉਂਦੇ ਜੀ ਆ, ਮੁਕਤੀ ਸਿਰਫ ਤੇ ਸਿਰਫ ਯਿਸੂ ਮਸੀਹ ਦੇ ਦੁਆਰਾ ਹੈ। ਮੁਕਤੀ ਕਿਸੇ ਹੋਰ ਦੇ ਦੁਆਰਾ ਨਹੀਂ, ਕਿਉਂਕਿ ਚੇਲਿਆਂ ਦੇ ਕਰਤੱਵ 4 ਅਧਿਆਏ 12 ਵਚਨ 'ਚ ਲਿਖਿਆ, ਕਿਸੇ ਦੂਜੇ ਦੁਆਰਾ ਮੁਕਤੀ, ਕਿਸੇ ਦੂਜੇ ਦੁਆਰਾ ਮੁਕਤੀ ਨਹੀਂ ਆ। ਪਰਮੇਸ਼ਵਰ ਨੇ ਇਸ ਜਗਤ ਦੇ ਵਿੱਚੋਂ ਇੱਕੋ ਨਾਮ ਦਿੱਤਾ, ਅਰਥਾਤ ਯਿਸੂ ਮਸੀਹ, ਜਿਹਦੇ ਦੁਆਰਾ ਅਸੀਂ ਬਚਾਏ ਜਾਣਾ ਹੈ। ਹਾਲੇਲੂਇਆ। ਹਾਂਜੀ, ਤੀਸਰੀ ਗੱਲ ਆਪਾਂ ਪੜਾਂਗੇ। ਤੀਸਰੀ ਗੱਲ ਯਿਸੂ ਮਸੀਹ ਨੇ ਸਲੀਬ ਦੇ ਉੱਤੇ ਕੀ ਕਹੀ, ਪੜਾਂਗੇ ਆਪਾਂ ਵਚਨ ਯਹੂਨਾ 19 ਅਧਿਆਏ 26 ਅਤੇ 27 ਵਚਨ। तब यीशु ने अपनी माता ਨੂੰ ਅਤੇ ਉਸ ਚੇਲੇ ਨੂੰ ਜਿਹਦੇ ਨਾਲ ਉਹ ਪਿਆਰ ਕਰਦਾ ਸੀ ਕੋਲ ਖਲੋਤੇ ਵੇਖ ਕੇ ਆਪਣੀ ਮਾਤਾ ਨੂੰ ਆਖਿਆ, ਇਹ ਬੀਬੀ ਜੀ, ਉਹ ਵੇਖ ਤੇਰਾ ਪੁੱਤਰ। ਫਿਰ ਉਸ ਚੇਲੇ ਨੂੰ ਕਿਹਾ, ਉਹ ਵੇਖ ਤੇਰੀ ਮਾਤਾ। ਅਤੇ ਉਸੇ ਵੇਲੇ ਉਹ ਚੇਲਾ ਉਸ ਨੂੰ ਆਪਣੇ ਘਰ ਲੈ ਗਿਆ। ਹਾਲੇਲੂਇਆ। ਤੀਸਰੀ ਗੱਲ, ਇਹ ਪਿਆਰ ਦਾ ਸ਼ਬਦ ਹੈ। ਯਿਸੂ ਮਸੀਹ ਨੇ ਦੇਖਿਆ ਕਿ ਉਹਦੀ ਮਾਤਾ ਮਰੀਮ ਰੋਂਦੀ ਪਈ ਹੈ। ਉਹਨੂੰ ਚਿੰਤਾ ਹੋਈ ਕਿ ਹੁਣ ਇਹਨੂੰ ਕੌਣ ਸੰਭਾਲੇਗਾ, ਔਰ ਉਹਨੇ ਚੇਲੇ ਨੂੰ ਕਿਹਾ, ਉਹ ਵੇਖ ਤੇਰੀ ਮਾਤਾ, ਔਰ ਮਾਤਾ ਨੂੰ ਕਿਹਾ, ਉਹ ਵੇਖ ਤੇਰਾ ਪੁੱਤਰ। ਔਰ ਉਹ ਚੇਲਾ ਯਿਸੂ ਮਸੀਹ ਦਾ ਉਹਨੂੰ ਕਰ ਲੈ ਗਿਆ। ਹਾਲੇਲੂਇਆ। ਪਹਿਲੀ ਗੱਲ ਉਹਨੇ ਕੀਤੀ ਸੀ ਫॉरगिवनेस, ਮਾਫੀ ਦੀ ਗੱਲ ਕੀਤੀ ਸੀ ਉਹਨੇ ਪਹਿਲੀ। ਦੂਸਰੀ ਕੀਤੀ ਸੀ ਮੁਕਤੀ ਦੀ ਗੱਲ। ਤੀਸਰੀ ਉਹਨੇ ਪਿਆਰ ਦੀ ਗੱਲ ਕੀਤੀ। ਹਾਲੇਲੂਇਆ। ਚੌਥੀ ਗੱਲ ਆਪਾਂ ਦੇਖਾਂਗੇ, ਫਟਾਫਟ ਪੜ੍ਹ ਦਾਂਗੇ। ਮਰਕੁਸ ਦੀ ਕਿਤਾਬ ਉਹਦਾ 15 ਅਧਿਆਏ 34 ਵਚਨ। ਅਤੇ 30 ਪੈਰ ਯਿਸੂ ਉੱਚੀ ਆਵਾਜ਼ ਨਾਲ ਬੋਲਿਆ, ਇਲੋਈ ਇਲੋਈ ਲਮਾ ਸਬਕਤਾਨੀ, ਜਿਹਦਾ ਅਰਥ ਇਹ ਹੈ, हे मेरे परमेश्वर
ਤੈਂ ਮੈਨੂੰ ਕਿਉਂ ਛੱਡ ਦਿੱਤਾ? हाँ, चौथी गल उन्हें की बोली, हे मेरे परमेश्वर तैं मैनू। उदा परमेश्वर कदे यीशु मसीह नूं छड्डूगा? कदे भी नहीं। क्यों छड्ड दिता? सुनो, पूरे जगत का पाप उस समय यीशु मसीह दे उत्ते सी। यीशु मसीह ने इसलिए कहा सी कि प्रभु जे हो सके तां इह प्याला मेरे तो दूर कर ला, क्योंकि उन्हें पता सी कि जे ये मैं प्याला पीता ते मेरी परमेश्वर दे नाल चाहे कुछ समय दे लिए होवे संगति टूट जानी है। इसलिए यीशु मसीह ने कहा, हे परमेश्वर तू मैनू क्यों छड्ड दिता? अज असीं तां कदे भी नहीं कहते, असीं आप ही परमेश्वर नूं छड्ड दिंदे हां। वो तो सानू कदे नहीं छड्डदा, आप ही छड्ड दिंदे हां और महसूस भी कदे भी नहीं करदे। हालेलुया। हाँ जी, अगली गल ਆਪਾਂ ਦੇਖਾਂਗੇ। ਪੰਜਵਾਂ ਵਚਨ ਉਹਨੇ ਕੀ ਬੋਲਿਆ? ਯਹੋਨਾ 19 ਅਧਿਆਇ ਉਹਦਾ 28 ਵਚਨ। ਇਹਦੇ ਪਿੱਛੋਂ ਯਿਸੂ ਨੇ ਇਹ ਜਾਣ ਕੇ ਭਈ ਹੁਣ ਸਭ ਕੁਝ ਪੂਰਾ ਹੋ ਚੁੱਕਿਆ, ਲਿਖਤ ਦੇ ਸੰਪੂਰਨ ਹੋਣ ਲਈ ਆਖਿਆ, ਮੈਂ ਤਿਹਾਇਆ ਹਾਂ। हाँ, पंजवीं गल उन्हें कही, मैं तिहाया हाँ। हालेलुया। जिहड़ी चौथी गल सीगी कि प्रभु तू मैनू क्यों छड्ड दिता, वो आत्मिक गल सीगी। इत्थे शरीरिक गल कर रहा है क्योंकि वो प्यासा आ, वो बहुत दर्द दे विच आ, वो कहंदा मैं तिहाया हाँ। हालेलुया। अगे अगे आपां जल्दी समाप्ति कर दांगे। 6वीं गल आपां पढ़ांगे यूहन्ना 19 अध्याय 30 वचन। सो यीशु ने सिरका लिया ते आख्या, पूरा होया है। हालेलुया। यीशु ने सिरका लिया ते आख्या, पूरा होया। की पूरा होया? सवाल है की पूरा होया? जो योजना सी वो पूरी हुई। हालेलुया। यूनानी भाषा दे विच पूरा होया नूं आपां कहंदे आ टेटलस्टाई। यूनानी भाषा दे विच जे आपां देखिए ओदा मतलब है टेटलस्टाई, मतलब पूरा होया। जो उन्हें क्या सी वो पूरा हो गया। हालेलुया। मैं एक वचन पढ़ना चाहना इत्थे, जे तुसीं प्लीज मेरे नाल कट सकदे आ। अफशियां दी किताब जे तुसीं कट सकदे, ओदा 2 अध्याय 8 ते 9 वचन। बड़ा अच्छा वचन है, मैं चाहना आपां इहनूं जरूर पढ़िए एक बार। अफशियां 2 अध्याय 8-9 वचन। हाँ, इत्थे लिखिया क्यों जो तुसी किरपा तो नीचा दे राही बचाए गए। ये तुहाडे वल्लों नहीं, ये परमेश्वर दी बख्शिश है। हो गया? ये करनियां तो नहीं, अयुवा ना होवे कि कोई कमांड करे। हाँ, ये करनियां तो नहीं, ये परमेश्वर दी बख्शिश आ। ये करनियां तो जे तुसी सोचते हैं कि ਅਸੀਂ ਚੰਗੇ ਕਰਮ ਕਰਕੇ स्वर्ग 'ਚ ਚਲੇ ਜਾਵਾਂਗੇ, ਇਹ ਬਿਲਕੁਲ ਰੋਂਗ ਹੈ। ਤੁਹਾਨੂੰ ਪਤਾ ਤੁਹਾਡੇ ਚੰਗੇ ਕਰਮਾਂ ਦੇ ਵਿੱਚ ਵੀ ਤੁਹਾਡਾ ਲਾਲਚ ਹੈ, ਤੁਹਾਡੀ ਭਲਾਈ ਦੇ ਵਿੱਚ ਵੀ ਤੁਹਾਡਾ। ਅੱਜ ਤੇ ਤੁਸੀਂ ਜਾਨਵਰਾਂ ਨੂੰ ਰੋਟੀ ਪਾਣੇ ਪਏ, ਕੁੱਤੇ ਨੂੰ ਰੋਟੀ ਪਾਣੇ, ਉਹਦੇ ਵਿੱਚ ਵੀ ਤੁਹਾਡਾ ਲਾਲਚ ਹੈ ਕਿ ਸ਼ਾਇਦ ਸਾਡੇ ਨਾਲ ਦਾ ਚੰਗਾ ਹੋਵੇਗਾ। ਇਸ ਲਈ ਇਨਸਾਨ ਆਪਣੇ ਚੰਗੇ ਕਰਮਾਂ ਤੋਂ ਕਦੇ ਵੀ स्वर्ग ਦੇ ਵਿੱਚ ਦਾਖਲ नहीं हो सकता, बल्कि ओदे अनुग्रह दे द्वारा, ओदी कृपा दे द्वारा, ओदी दया दे द्वारा। इसलिए संत पलूस आखदा है कि प्रभु तेरी दया ही मेरे लिए काफी है। हालेलुया, हालेलुया। हाँ जी, अगली गल आपां पढ़ांगे 7वां वचन, लास्ट वचन पढ़ांगे आपां लूका दी किताब ओदा 23 अध्याय 46 वचन। लूका दी किताब 23 अध्याय ओदा 46 वचन, 7वां वचन। तद उन्हां मुड़ के सुगंधा अते अतर तैयार कीता अते सब्बत दे दिन उन्हां नूं हुक्म मुजब आराम कीता। लूका 23:46 वचन। तां यसू उच्ची आवाज नाल चिल्ला के आख्या कि
ਕਿ हे ਪਿਤਾ ਮੈਂ ਆਪਣਾ ਆਤਮਾ ਤੇਰੇ ਹੱਥੀ ਸੌਂਪਦਾ ਹਾਂ ਅਤੇ ਇਹ ਕਹਿ ਕੇ ਪ੍ਰਾਣ ਛੱਡ ਦਿੱਤੇ। ਹਾਲੇਲੂਇਆ। ਇਹ ਲਾਸਟ ਗੱਲ ਜੋ ਯਿਸੂ ਮਸੀਹ ਨੇ ਸਲੀਬ ਦੇ ਉੱਤੇ ਕਹੀ ਕਿ हे ਪਿਤਾ ਮੈਂ ਆਪਣਾ ਪ੍ਰਾਣ ਤੈਨੂੰ ਸੌਂਪਦਾ ਹਾਂ। ਕਿਉਂ ਇਹ ਗੱਲ ਪ੍ਰਭੂ ਯਿਸੂ ਮਸੀਹ ਨੇ ਕਹੀ? ਕਿਉਂਕਿ ਉਹ ਦੱਸਣਾ ਚਾਹੁੰਦਾ ਸੀ ਕਿ ਮੈਂ ਖੁਦ ਇਖਤਿਆਰ ਰੱਖਦਾ ਹਾਂ। ਹਾਲੇਲੂਇਆ। ਔਰ ਮੈਂ ਖੁਦ ਆਪਣਾ ਪ੍ਰਾਣ ਪ੍ਰਭੂ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਸੌਂਪਦਾ ਹਾਂ। ਹਾਲੇਲੂਇਆ। ਕਿਉਂਕਿ ਸੰਸਾਰ ਦੀ ਹਰ ਇੱਕ ਚੀਜ਼ ਉਹਦੇ ਅੰਡਰ ਕੀਤੀ ਗਈ, ਉਹਨੂੰ ਸਭ ਇਖਤਿਆਰ ਦਿੱਤਾ ਗਿਆ। ਉਹ ਪਾਪ क्षमा ਕਰ ਸਕਦਾ ਆ, ਉਹਨੇ ਕੀਤੇ ਵੀ। ਹਾਲੇਲੂਇਆ। ਅਧਰੰਗੀ ਨੂੰ ਕਹਿੰਦਾ ਆ ਸੌਖਾ ਕੀ ਆ? ਉਹਨਾਂ ਨੂੰ ਕਹਿੰਦਾ ਸੌਖਾ ਕੀ ਆ? ਇਹ ਕਹਿਣਾ ਕਿ ਤੇਰੇ ਪਾਪ ਮਾਫ ਹੋਏ ਜਾਂ ਇਹ ਆਪਣਾ ਮੰਜਾ ਚੁੱਕ ਘਰ ਨੂੰ ਚਲਾ ਜਾ। ਔਰ ਵਚਨ 'ਚ ਲਿਖਿਆ ਆਪਣਾ ਮੰਜਾ ਚੁੱਕ ਕੇ ਘਰ ਨੂੰ ਚਲਾ ਗਿਆ। ਇਹ ਪਾਪ ਮਾਫੀ ਆ। ਡਾਕੂ ਨੂੰ ਕਿਹਾ ਸੀ ਡਾਕੂ ਸਵਰਗ ਵਿੱਚ ਚਲਾ ਗਿਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਦੋਂ ਪਾਪ क्षमा ਹੋਣਗੇ ਜੀਵਨ ਬਦਲੇਗਾ। ਜੇ ਤੁਹਾਡਾ ਜੀਵਨ ਹਾਲੇ ਵੀ ਉਸ ਤਰ੍ਹਾਂ ਦਾ ਤੁਹਾਡੇ ਪਾਪ क्षमा ਨਹੀਂ ਹੋਏ, ਜੇ ਤੁਸੀਂ ਅੱਜ ਵੀ ਸੇਮ ਆ, ਅੱਜ ਵੀ ਤੁਹਾਡੀ ਜੋ ਹੈਗੀ ਕੰਡੀਸ਼ਨ ਜੋ ਸਿਚੁਏਸ਼ਨ ਆ ਉਹ ਪਹਿਲਾਂ ਦੀ ਤਰ੍ਹਾਂ ਆ, ਇਹਦਾ ਮਤਲਬ ਪਾਪ क्षमा ਨਹੀਂ। ਕਿਉਂਕਿ ਪਾਪ क्षमा ਹੋਣਗੇ ਤਾਂ ਜੀਵਨ ਬਦਲੇਗਾ। ਹਾਲੇਲੂਇਆ। एक आखिरी वचन पढ़ के आप समाप्ति करांगे। वचन पढ़ांगे फिलिपिया की किताब ਉਹਦਾ 2 ਅਧਿਆਇ 7 ਤੋਂ। गुड फ्राइडे कोई त्योहार नहीं है, ये कोई रीत नहीं है। एक हर साल की तरह यीशु मसीह ਨੂੰ ਸਲੀਬ ਤੇ ਚੜਾਤਾ, ਫਿਰ ਉਤਾਰਤਾ, ਜੀਵਨ ਦੇਤਾ, ਜਿਉਂਦਾ ਹੋ ਗਿਆ। ਇਦਾਂ ਨਹੀਂ ਹੈ। ਪ੍ਰਤੀ ਦਿਨ ਆਪਣੀ ਸਲੀਬ ਚੁੱਕੋ। एवरी डे। ਇਹ ਕੋਈ ਰੀਤ ਨਹੀਂ ਹੈ ਜਿਵੇਂ ਤਿਉਹਾਰ ਹੁੰਦੇ ਆ ਬਾਕੀ ਸਾਰੇ, ਇਦਾਂ ਨਹੀਂ ਹੈ। ਇਹ ਤਾਂ ਸਿਰਫ ਇੱਕ ਸਾਨੂੰ ਮੌਕਾ ਮਿਲਦਾ ਹੈ ਕਿ ਅਸੀਂ ਪਰਮੇਸ਼ਵਰ ਦੀ ਉਸ ਸਲੀਬੀ ਮੌਤ ਨੂੰ ਯਾਦ ਕਰ ਸਕੀਏ ਔਰ ਉਹਨਾਂ ਤੇ ਵਚਨ ਕਰਕੇ ਆਪਣੇ ਦਿਲਾਂ ਦੇ ਵਿੱਚ ਜਮ੍ਹਾਂ ਕਰ ਸਕੀਏ। ਹਾਲੇਲੂਇਆ। ਹਾਂਜੀ ਪੜਾਂਗੇ। ਸਗੋਂ ਉਸਨੇ ਆਪਣੇ ਆਪ ਨੂੰ ਸਖਣਾ ਕਰਕੇ ਹਾਂਜੀ। ਦਾਸ ਦਾ ਰੂਪ ਧਾਰਿਆ। ਹਾਂ, ਉਹਨੇ ਦਾਸ ਦਾ ਰੂਪ ਧਾਰ ਲਿਆ। ਆਪਣੇ ਆਪ ਨੂੰ ਨੀਵਿਆਂ ਕੀਤਾ। ਉਹਨੇ ਆਪਣੇ ਆਪ ਨੂੰ ਨੀਵਿਆਂ ਵੀ ਕੀਤਾ ਅਤੇ ਮੌਤ ਤਾਈਂ, ਸਗੋਂ ਸਲੀਬ ਦੀ ਮੌਤ ਤਾਈਂ ਆਗਿਆਕਾਰ। ਹਾਂ, ਮੌਤ ਤਾਈਂ, ਬਲਕਿ ਸਲੀਬੀ ਮੌਤ ਤਾਈਂ ਆਗਿਆਕਾਰੀ ਰਿਹਾ। ਅਸੀਂ ਵੀ ਕਹਿਣਾ ਹੈ ਕਿ ਪ੍ਰਭੂ ਅਸੀਂ ਵੀ ਮੌਤ ਤਾਈਂ ਤੇਰੇ ਆਗਿਆਕਾਰੀ ਰਵਾਂਗੇ। ਮੌਤ ਤਾਈਂ ਤੇਰੇ ਆਗਿਆਕਾਰੀ ਰਵਾਂਗੇ। ਹਾਂਜੀ ਅੱਗੇ ਪੜਾਂਗੇ। ਇਸ ਕਾਰਨ ਪਰਮੇਸ਼ਵਰ ਨੇ ਵੀ ਉਸ ਨੂੰ ਅਤ ਉੱਚਾ ਕੀਤਾ। ਹਾਂ, ਪਰਮੇਸ਼ਵਰ ਨੇ ਵੀ ਫਿਰ ਉਸ ਨੂੰ ਅਤ ਉੱਚਾ ਕੀਤਾ ਅਤੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਸਭਨਾ ਨਾਮਾਂ ਤੋਂ ਉੱਤਮ। ਹਾਂ, ਉਸ ਨੂੰ ਉਹ ਨਾਮ ਦਿੱਤਾ ਜਿਹੜਾ ਸਾਰਿਆਂ ਨਾਮਾਂ ਨਾਲੋਂ ਉੱਚਾ ਨਾਮ ਹੈ। ਹਾਲੇਲੂਇਆ। ਅੱਗੇ ਪਰ ਯਿਸੂ ਦਾ ਨਾਮ ਲੈ ਕੇ ਆਕਾਸ਼ ਉਤਲਿਆ ਅਤੇ ਧਰਤੀ ਉਤਲਿਆ ਅਤੇ ਧਰਤੀ ਦੇ ਹੇਠਲੀਆਂ ਅਤੇ ਹਰ ਗੋਡਾ ਨਿਵਾਇਆ ਜਾਵੇ ਅਤੇ ਹਰ ਜ਼ੁਬਾਨ ਪਰਮੇਸ਼ਵਰ ਪਿਤਾ ਦੀ ਵਡਿਆਈ ਲਈ ਮੰਨ ਲਵੇ ਜੋ ਯਿਸੂ ਮਸੀਹ ਪ੍ਰਭੂ ਹੈ। ਹਾਲੇਲੂਇਆ। ਤਾਲੀ ਮਾਰਾਂਗੇ ਇਸ ਵਚਨ ਤੇ ਕਿ ਹਰ ਇੱਕ ਗੋਡਾ ਨਿਵਾਇਆ ਜਾਵੇ ਔਰ ਹਰ ਇੱਕ ਜ਼ੁਬਾਨ ਕਵੇ ਕਿ ਯਿਸੂ ਹੀ ਪ੍ਰਭੂ ਹੈ। ਬੋਲੀਏ, ਸਾਰੇ ਬੋਲੀਏ ਜੇ ਤੁਸੀਂ ਮੰਨਦੇ ਯਿਸੂ ਨੂੰ ਪ੍ਰਭੂ, ਕਿ ਯਿਸੂ ਹੀ ਪ੍ਰਭੂ ਹੈ। ਹਾਲੇਲੂਇਆ। बोलो यीशु मसीह के नाम दी, बोलो यीशु मसीह के नाम दी। हालेलुया। यीशु दे लहू दी, यीशु दे लहू दी जो साडी खातिर पिया, जो साडी खातिर बह गया। हालेलुया। यीशु मसीह के नाम दे विच एक बार जोरदार तालियां मारो। मैनूं उम्मीद है कि तुहानूं ये वचन समझ आया होगा। मैं जल्दबाजी के विच ਇਹ ਖਤਮ ਕੀਤਾ ਹੈ। ਉਮੀਦ ਕਰਦਾ ਹਾਂ ਤੁਹਾਨੂੰ ਚੰਗਾ ਲੱਗਾ ਹੋਗਾ। ਤੁਹਾਨੂੰ ਪ੍ਰਭੂ ਸਾਰਿਆਂ ਨੂੰ ਬਰਕਤ ਦੇਵੇ।